First of all, good morning to all of you. Today we will discuss about enzymes, classification of enzyme and factors affecting the working of enzymes. ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਕਿ enzymes ਕੀ ਹੁੰਦੇ ਆ। enzymes ਕੀ ਹੈ ਜਿਹੜੀ ਬਾਇਓਕੈਟਾਲਿਸਟ ਹੁੰਦਾ ਮੀਨਸ ਕਿ ਇਹ ਨੈਚੁਰਲੀ ਆਪਣੀ ਬਾਡੀ ਦੇ ਵਿੱਚ ਜਾਂ ਕਿਸੇ ਵੀ ਆਰਗੈਨਿਜ਼ਮ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ। ਤਾਂ ਕਿਉਂ ਪ੍ਰੈਜ਼ੈਂਟ ਹੁੰਦੇ ਆ? ਤਾਂ ਕਿ ਇਹ ਜਿਹੜੀ ਬਾਡੀ ਦੀ ਪ੍ਰੋਪਰ ਵਰਕਿੰਗ ਹੈ ਜਿਹੜੀ ਉਹ ਚੱਲੀ ਜਾਵੇ। ਬੇਸਿਕਲੀ ਸਭ ਤੋਂ ਪਹਿਲਾਂ ਕੈਟਾਲਿਸਟ ਕੀ ਹੁੰਦਾ? ਕੈਟਾਲਿਸਟ ਉਹ ਚੀਜ਼ ਹੁੰਦੀ ਹੈ ਜਿਹੜੀ ਕਿਸੇ ਵੀ ਰਿਐਕਸ਼ਨ ਨੂੰ ਫਾਸਟ ਕਰਦੀ ਹੈ। ਇਸੇ ਤਰ੍ਹਾਂ enzymes ਹੁੰਦੇ ਆ ਜਿਹੜੇ ਕਿ ਬਾਡੀ ਦੇ ਵਿੱਚ ਚੱਲ ਰਹੀ ਕੋਈ ਵੀ ਰਿਐਕਸ਼ਨ ਜਿਵੇਂ ਯੂਰੀਆ ਸਾਈਕਲਸ ਹੋ ਗਏ, ਨਾਈਟ੍ਰੋਜਨ ਸਾਈਕਲ ਹੋ ਗਿਆ, ਕਾਰਬਨ ਸਾਈਕਲ ਹੋ ਗਿਆ ਜਾਂ ਪਲਾਂਟਸ ਦੇ ਵਿੱਚ ਜਿਹੜੇ ਸਾਈਕਲਸ ਚੱਲਦੇ ਆ ਜਿਹੜੇ ਸਾਰੇ ਸੇਮ ਸਾਈਕਲਸ ਉਹਨਾਂ ਨੂੰ ਇਨਕਰੀਜ਼ ਕਰਨ, ਉਹਨਾਂ ਦੀ ਜਿਹੜੀ ਪੇਸ ਆ ਜਾਂ ਸਪੀਡ ਆ ਉਹਨੂੰ ਇਨਕਰੀਜ਼ ਕਰਨ, ਤਾਂ ਕਰਕੇ ਬਾਡੀ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ। ਜਿਹੜੀ enzyme ਬੇਸਿਕਲੀ ਇਹਨਾਂ ਦੀ ਜਿਹੜੀ ਬਾਡੀ ਬੇਸਿਕਲੀ ਜਿਹੜੇ enzymes ਕੀ ਹੁੰਦੇ ਇਹ ਪ੍ਰੋਟੀਨਸ ਹੁੰਦੇ ਨੇ ਨੇਚਰ ਦੇ ਵਿੱਚ, ਰਾਈਟ। ਇਹ ਪ੍ਰੋਟੀਨਸ ਹੁੰਦੇ ਨੇ, ਕੋਲਾਈਡਲ ਹੁੰਦੇ ਨੇ, ਥਰਮੋਲੇਬਾਈਲ ਤੇ ਰਿਐਕਸ਼ਨ ਸਪੈਸੀਫਿਕ ਹੁੰਦੇ ਆ। ਥਰਮੋਲੇਬਾਈਲ ਮੀਨਸ ਜਿਹੜੇ ਟੈਂਪਰੇਚਰ ਸੈਂਸਿਟਿਵ ਹੋਣਗੇ ਅਤੇ ਸਪੈਸੀਫਿਕ ਰਿਐਕਸ਼ਨ ਦੇ ਵਿੱਚ ਸਪੈਸੀਫਿਕ enzyme ਯੂਜ਼ ਹੋਊਗਾ। ਇਹ ਨਹੀਂ ਗਾ ਕਿ ਜਿਹੜੇ ਸਾਰੇ enzyme ਆ ਸਾਰੀ ਬਾਡੀ ਦੇ ਵਰਕਿੰਗ ਦੇ ਵਿੱਚ ਯੂਜ਼ ਹੋਣਗੇ। ਜਿਹੜੀ enzyme ਸਪੈਸੀਫਿਕ ਪਰਟੀਕੂਲਰ ਟਿਸ਼ੂ ਦੇ ਵਿੱਚ ਮਤਲਬ ਜਿਵੇਂ ਸਪੋਜ਼ ਕਰੋ ਕਿ ਜਿਹੜੇ ਟਿਸ਼ੂ ਦੇ ਵਿੱਚ ਉਹਨਾਂ ਦੀ working ਆ ਮਤਲਬ the tissue where they are working are produced in the same tissue, they are produced in the same cell are known as intracellular। ਪਰ ਜਿਹੜੇ ਕੀ ਆ ਬਣਦੇ ਕਿਤੇ ਹੋਰ ਨੇ ਅਤੇ ਯੂਜ਼ ਕਿਤੇ ਹੋਰ ਹੁੰਦੇ ਨੇ ਉਹ ਹੁੰਦੇ ਐਕਸਟਰਾ ਸੈਲੂਲਰ enzymes। ਹੁਣ ਜਿਹੜੀ ਦੀ ਕਲਾਸੀਫਿਕੇਸ਼ਨ ਆ ਉਹ ਕੀ ਆ ਕਿ ਜਿਹੜੀ ਇੰਟਰਨੈਸ਼ਨਲ ਯੂਨੀਅਨ ਆਫ ਬਾਇਓਕੈਮਿਸਟਰੀ ਸਿਸਟਮ ਆ ਉਹਨੇ ਕੀ ਕਿਹਾ enzyme 6 ਮੇਜਰ ਕਲਾਸਿਸ ਦੇ ਵਿੱਚ ਡਿਵਾਈਡਡ ਹੁੰਦੇ ਆ ਕਿ ਉਹ ਕਿਹੜੀ ਰਿਐਕਸ਼ਨ ਦੀ ਟਾਈਪ ਆ ਅਤੇ ਉਹਨਾਂ ਦਾ ਮੈਕੈਨਿਜ਼ਮ ਆਫ ਐਕਸ਼ਨ ਕੀ ਆ। ਮੀਨਸ ਕਿ ਜਿਹੜੀ ਇਹ ਕਲਾਸੀਫਿਕੇਸ਼ਨ ਹੈ ਇੰਟਰਨੈਸ਼ਨਲ ਯੂਨੀਅਨ ਆਫ ਬਾਇਓਕੈਮਿਸਟਰੀ ਨੇ ਜਿਹੜੀ ਕੀਤੀ ਆ ਉਹਨਾਂ ਨੇ enzymes ਨੂੰ ਡਿਵਾਈਡ ਕੀਤਾ ਅਕੋਰਡਿੰਗ ਟੂ ਦ ਮੈਕੈਨਿਜ਼ਮ ਆਫ ਐਕਸ਼ਨ ਔਰ ਦ ਰਿਐਕਸ਼ਨਸ ਦੇ ਆਰ ਡੂਇੰਗ ਇਨ ਦਾ ਬੋਡੀ। ਸਭ ਤੋਂ ਪਹਿਲਾਂ ਕਿ ਆਕਸੀਡੋ ਰਿਡਕਟਿਵਸ ਜਿਹੜੇ ਇਹ enzyme ਨੇ ਉਹ ਆਕਸੀਡੇਸ਼ਨ ਅਤੇ ਰਿਡਕਸ਼ਨ ਦੀਆਂ ਜਿਹੜੀਆਂ ਰਿਐਕਸ਼ਨਸ ਨੇ ਉਹਨਾਂ ਨੂੰ ਕੀ ਆ ਉਹਨਾਂ ਦੀ ਜਿਹੜੀ ਸਪੀਡ ਆ ਉਹਨੂੰ ਕੈਟਾਲਾਈਜ਼ ਕਰਦੇ ਜਾਂ ਇਨਕਰੀਜ਼ ਕਰਦੇ ਆ। ਮੀਨਸ ਕੀ ਆ ਜਿਹੜੀਆਂ ਰਿਐਕਸ਼ਨਸ ਹੋ ਰਹੀਆਂ ਨੇ ਦੋ ਸਬਸਟ੍ਰੇਟ ਦੇ ਵਿੱਚ, ਠੀਕ ਆ, ਅਤੇ ਉਹਨਾਂ ਨੂੰ ਕੀ ਨਾਲ ਕੋਐਂਜ਼ਾਈਮ ਚਾਹੀਦਾ ਗਾ। ਇਹਦੇ 'ਚ ਕੀ ਆ ਰਿਐਕਸ਼ਨ ਬਿਟਵੀਨ ਦੋ ਸਬਸਟ੍ਰੇਟ ਨੇ ਅਤੇ ਕੋਐਂਜ਼ਾਈਮ ਆ ਲਾਈਕ NAD ਹੋ ਗਿਆ, NADP ਹੋ ਗਿਆ, FAD ਹੋ ਗਿਆ, ਇੱਦਾਂ ਦੀ। ਜਿਹੜੀ ਕਾਮਨ ਐਗਜ਼ਾਮਪਲ ਆ ਉਹ ਕਿਹੜੀ ਆ? ਸਾਈਟੋਕ੍ਰੋਮ ਆਕਸੀਡੇਜ਼ ਹੋ ਗਈ, ਅਲਕੋਹਲ ਡੀਹਾਈਡਰੋਜੀਨੇਜ਼ ਹੋ ਗਈ, ਗਲੂਟਾਮੇਟ ਡੀਹਾਈਡਰੋਜੀਨੇਜ਼ ਹੋ ਗਈ, ਕੈਟਾਲਾਈਜ਼ ਹੋ ਗਈ, ਪ੍ਰੋਕਸੀਡੇਜ਼, ਇੱਦਾਂ ਦੇ। ਟ੍ਰਾਂਸਫਰੇਜ਼ ਕਿਹੜੇ ਹੁੰਦੇ ਆ? ਜਿਹੜੇ ਕੈਟਾਲਾਈਜ਼ ਕਰਦੇ ਆ ਟ੍ਰਾਂਸਫਰ ਆਫ ਅ ਗਰੁੱਪ ਅਦਰ ਦੈਨ ਹਾਈਡਰੋਜਨ ਫਰੋਮ ਵਨ ਸਬਸਟ੍ਰੇਟ ਟੂ ਅਨਦਰ। enzyme ਜਿਹੜੇ ਕੈਟਾਲਾਈਜ਼ ਨੂੰ ਟ੍ਰਾਂਸਫਰ ਕਰਦੇ ਆ ਕੈਟਾਲਾਈਜ਼ ਕਰਦੇ ਆ ਟ੍ਰਾਂਸਫਰ ਆਫ ਅ ਗਰੁੱਪ, ਇੱਕ ਗਰੁੱਪ ਨੂੰ ਦੂਜੇ ਗਰੁੱਪ ਦੇ ਵਿੱਚ ਟ੍ਰਾਂਸਫਰ ਕਰਨ ਦੇ ਵਿੱਚ ਹੈਲਪ ਕਰਦੇ ਆ ਹਾਈਡਰੋਜਨ ਦੀ, ਬਾਕੀ ਸਾਰਿਆਂ ਨੂੰ ਕਰਦੇ ਆ ਰੈਦਰ ਦੈਨ ਹਾਈਡਰੋਜਨ। ਉਹਨਾਂ ਨੂੰ ਕੀ ਕਹਿੰਦੇ ਆ? ਟ੍ਰਾਂਸਫਰੇਜ਼ ਮੀਨਸ ਜਿਹੜੇ ਟ੍ਰਾਂਸਫਰ ਕਰਨ ਦੇ ਵਿੱਚ ਹੈਲਪ ਕਰਦੇ ਆ। ਹਾਈਡਰੋਲੇਜ਼ ਜਿਹੜੇ ਹਾਈਡਰੋਲਿਸਿਸ ਕਰਨ ਦੇ ਵਿੱਚ ਹੈਲਪ ਕਰਦੇ ਨੇ। ਲਾਈਏਜ਼ ਜਿਹੜੇ ਕੀ ਆ ਕੈਟਾਲਾਈਜ਼ ਕਰਦੇ ਆ ਰਿਮੂਵਲ ਆਫ ਗਰੁੱਪ ਫਰੋਮ ਸਬਸਟ੍ਰੇਟ, ਜਿਹੜਾ ਕਿ ਗਰੁੱਪ ਨੂੰ ਸਬਸਟ੍ਰੇਟ ਤੋਂ ਰਿਮੂਵ ਕਰਦੇ ਉਹ ਹੋ ਗਏ ਲਾਈਏਜ਼। ਨੈਕਸਟ ਹੈਗੇ ਆਈਸੋਮੇਰੇਜ਼ ਜਿਹੜੇ ਕੀ ਆ enzyme ਜਿਹੜੇ ਕੈਟਾਲਾਈਜ਼ ਕਰਦੇ ਆ ਕਨਵਰਜਨ ਆਫ ਆਪਟੀਕਲ ਜਮੈਟ੍ਰੀਕਲ ਔਰ ਪੋਜੀਸ਼ਨ ਆਈਸੋਮੇਰਿਜ਼ਮ ਦੇ ਵਿੱਚ ਜਿਹੜੇ ਹੈਲਪ ਕਰਦੇ ਉਹ ਹੋ ਗਏ ਆਈਸੋਮੇਰੇਜ਼ਸ। ਲਾਈਗੇਜ਼ ਜਿਹੜੇ ਬਾਈਂਡਿੰਗ ਦੇ ਵਿੱਚ ਹੈਲਪ ਕਰਦੇ ਆ। ਨੈਕਸਟ ਵੀ ਵਿਲ ਡਿਸਕਸ ਅਬਾਊਟ ਮੈਕੈਨਿਜ਼ਮ ਆਫ enzyme ਐਕਸ਼ਨ ਕਿ ਇੱਕ ਮੈਕੈਨਿਜ਼ਮ ਕੀ ਆ enzymes ਦੇ ਵਰਕ ਕਰਨ ਦਾ। ਜਿਹੜੇ enzymes ਆ ਉਹ ਕਿਵੇਂ ਵਰਕ ਕਰਦੇ ਆ? ਜਿਹੜਾ enzyme ਉਹ ਕਿ ਸਬਸਟ੍ਰੇਟ ਨਾਲ ਬਾਈਂਡ ਕਰਕੇ ਇੱਕ enzyme ਸਬਸਟ੍ਰੇਟ ਕੰਪਲੈਕਸ ਬਣਾ ਲੈਂਦਾ ਗਾ। ਜਦੋਂ ਉਹ ਦੋਨੇ ਬਾਈਂਡ ਕਰ ਜਾਂਦੇ ਆ ਤਾਂ ਉਦੋਂ ਬਾਅਦ ਕੀ ਆ ਜਿਹੜੀ ਨੈਕਸਟ ਰਿਐਕਸ਼ਨ ਹੁੰਦੀ ਆ ਉਹਦੇ ਨਾਲ ਕੀ ਪ੍ਰੋਡਕਟ ਅਲੱਗ ਨਿਕਲ ਜਾਂਦਾ ਅਤੇ enzyme ਆ ਜਿਹੜਾ ਫਿਰ ਤੋਂ ਫ੍ਰੀ ਫਾਰਮ ਦੇ ਵਿੱਚ ਆ ਜਾਂਦਾ ਗਾ। ਹੁਣ ਹੈ ਕਿ ਕੈਟਾਲਿਟਿਕ ਸਾਈਟ ਆਫ enzymes ਜਿਹੜੀ ਇਹਦੇ ਲਈ ਅਲੱਗ-ਅਲੱਗ ਥਿਊਰੀਜ਼ ਆ। ਬੇਸਿਕਲੀ ਜਿਹੜੀ ਆਪਾਂ ਥਿਊਰੀ +2+1 ਦੇ ਵਿੱਚ ਪੜ੍ਹਦੇ ਹਾਂ ਕੈਟਾਲਿਟਿਕ ਸਾਈਟ ਆਫ ਥਿਊਰੀ। ਕੈਟਾਲਿਟਿਕ ਸਾਈਟ ਥਿਊਰੀ ਕੀ ਐਂਡ ਲੌਕ ਮੈਕੈਨਿਜ਼ਮ ਫਿਸ਼ਰ ਦਾ ਮਾਡਲ ਆ ਕਿ ਜਿਹੜਾ ਕੀ ਐਂਡ ਲੌਕ ਮੈਕੈਨਿਜ਼ਮ ਦੀ ਤਰ੍ਹਾਂ ਜਿਹੜਾ enzyme ਆ ਜਿਹੜਾ ਉਹ ਬਾਈਂਡ ਕਰਦਾ ਹੈ ਆ ਕੇ ਪਰਟੀਕੂਲਰ ਸਾਈਟ 'ਤੇ ਅਤੇ ਉਹਦੇ ਨਾਲ ਕੀ ਸਬਸਟ੍ਰੇਟ ਬਾਈਂਡ ਕਰਦਾ ਅਤੇ ਜਦੋਂ ਉੱਥੋਂ ਰਿਲੀਜ਼ ਹੁੰਦਾ ਤਾਂ ਆਪਣਾ ਪਰਟੀਕੂਲਰ ਐਕਸ਼ਨ ਹੈ ਜਿਹੜਾ ਉਹ ਸ਼ੋ ਕਰ ਦਿੰਦਾ। ਫਾਰ ਐਗਜ਼ਾਮਪਲ ਜਿਵੇਂ ਇਹ ਕੀ ਹੈ ਜਿਹੜਾ enzyme ਦੇ ਸਬਸਟ੍ਰੇਟ ਦਾ ਜਿਹੜਾ ਕੰਪਲੈਕਸ ਬਣ ਗਿਆ ਫਿਸ਼ਰ ਦੇ ਟੈਂਪਲੇਟ ਹਾਈਪੋਥੇਸਿਸ। ਮੀਨਸ ਕੀ ਹੈ ਜਿਹੜਾ ਐਕਟਿਵ ਸਾਈਟ ਹੈ enzyme ਦੀ ਉਹ ਕੀ ਹੈ ਪ੍ਰੋਪਰ ਕਨਫਰਮੇਸ਼ਨ ਇਵਨ ਇਨ ਦ ਐਬਸੈਂਸ ਆਫ ਅ ਸਬਸਟ੍ਰੇਟ। ਚਾਹੇ ਅੱਗੇ ਸਬਸਟ੍ਰੇਟ ਆਇਆ ਸਬਸਟ੍ਰੇਟ ਤੋਂ ਬਿਨਾਂ ਵੀ ਕੀ ਹੈ ਜਿਹੜੀ ਉਹਦੀ ਜਿਹੜੀ ਫਾਰਮ ਆ ਮਤਲਬ ਚਾਹੇ ਚਾਬੀ ਲੱਗੀ ਹੋਵੇ ਜਿੰਦੇ 'ਚ ਚਾਹੇ ਨਾ ਲੱਗੀ ਹੋਵੇ ਜਿੰਦੇ ਦਾ ਜਿਹੜਾ ਫਾਰਮ ਆ ਉਹ ਸੇਮ ਹੀ ਰਹਿੰਦੀ ਉਵੇਂ enzyme ਆ ਜਿਹੜਾ ਸੇਮ ਫਾਰਮ ਦੇ ਵਿੱਚ ਰਹਿੰਦਾ ਉਹਦੇ ਨਾਲ ਕਿ ਸਬਸਟ੍ਰੇਟ ਬਾਈਂਡ ਕਰਦਾ ਅਤੇ enzyme ਸਬਸਟ੍ਰੇਟ ਕੰਪਲੈਕਸ ਬਣ ਜਾਂਦਾ ਜਿਸ ਤੋਂ ਅੱਗੇ ਜਾ ਕੇ ਕੀ ਆ ਜਿਹੜੀ ਰਿਐਕਸ਼ਨ ਆ ਉਹ ਹੋ ਜਾਂਦੀ ਆ। ਨੈਕਸਟ ਆ ਗਿਆ ਫੈਕਟਰਸ ਅਫੈਕਟਿੰਗ enzymatic ਐਕਟੀਵਿਟੀ। ਸਭ ਤੋਂ ਪਹਿਲਾਂ ਕਾਫੀ ਸਾਰੇ ਫੈਕਟਰਸ ਨੇ ਜਿਹੜੇ enzyme ਦੀ ਐਕਟੀਵਿਟੀ ਨੂੰ ਅਫੈਕਟ ਕਰਦੇ। ਕਿਹੜੇ ਫੈਕਟਰਸ ਨੇ? ਪਹਿਲਾ ਆ ਗਈ ਕੰਸਨਟ੍ਰੇਸ਼ਨ ਆਫ enzyme, ਕੰਸਨਟ੍ਰੇਸ਼ਨ ਆਫ ਸਬਸਟ੍ਰੇਟ, pH, ਟੈਂਪਰੇਚਰ, ਟਾਈਮ, products of a reaction, radiators, activity
ਫੈਕਟਰਸ ਐਂਡ ਇਨਹਿਬਿਟਰਸ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਜਿਹੜੀ ਐਂਜ਼ਾਈਮ ਦੀ ਐਕਟੀਵਿਟੀ ਨੂੰ ਅਫੈਕਟ ਕਰਦੀਆਂ ਨੇ। ਸਭ ਤੋਂ ਪਹਿਲਾਂ ਆ ਗਿਆ ਕੰਸਨਟ੍ਰੇਸ਼ਨ ਆਫ एंजाइम। कॉमन सेंस की जिहड़ी ज़्यादा कंसनट्रेशन एंजाइम की होगी, एंजाइम की बेसिक रिएक्शन प्रोडक्ट आ, जे एंजाइम की जिहड़ी कंसनट्रेशन वो घट होगी तो बॉडी की जिहड़ी वो वर्किंग है वो घट होगी। तां करके की आ जिन्नी ज़्यादा कंसनट्रेशन ऑफ एंजाइम है वो डायरैक्टली प्रोपोर्शनल आ रिएक्शन दे नाल, ठीक है। एंजाइम की जिहड़ी कंसनट्रेशन आ वो डायरैक्टली प्रोपोर्शनल आ एंजाइम की एक्टिविटी दे नाल। ਇਹ ਕੀ ਆ, ਜਿਵੇਂ ਹੁਣ ਸਪੋਜ਼ ਕਰੋ ਇਫੈਕਟ ਆਫ ਐਂਜ਼ਾਈਮ ਦਾ ਕੰਸਨਟ੍ਰੇਸ਼ਨ ਤੇ ਕੀ ਹੈ, ਜਿਵੇਂ ਜਿਵੇਂ ਕੰਸਨਟ੍ਰੇਸ਼ਨ ਇਨਕਰੀਜ਼ ਹੋ ਰਹੀ ਹੈ ਉਵੇਂ ਉਵੇਂ ਐਂਜ਼ਾਈਮ ਦੀ ਐਕਟੀਵਿਟੀ ਹੈ ਜਿਹੜੀ ਉਹ ਇਨਕਰੀਜ਼ ਹੋ ਰਹੀ ਹੈ। ਨੈਕਸਟ ਆ ਗਿਆ ਕੰਸਨਟ੍ਰੇਸ਼ਨ ਆਫ ਅ ਸਬਸਟ੍ਰੇਟ। ਜਿਹੜੀ ਐਂਜ਼ਾਈਮ ਦੀ ਜਿਹੜੀ ਵੈਲੋਸਿਟੀ ਹੈ ਜਿਵੇਂ ਜਿਵੇਂ ਵੱਧਦੀ ਆ, ਮਤਲਬ ਜਿੰਨਾ ਜਿੰਨਾ ਕੰਸਨਟ੍ਰੇਸ਼ਨ ਹੈ ਜਿਹੜੀ ਐਂਜ਼ਾਈਮ ਦੀ ਵੱਧ ਰਹੀ ਆ, ਜਿਵੇਂ ਜਿਵੇਂ ਸਬਸਟ੍ਰੇਟ ਦੀ ਕੰਸਨਟ੍ਰੇਸ਼ਨ ਵੱਧ ਰਹੀ ਆ ਉਵੇਂ ਉਵੇਂ ਕੀ ਆ ਇਨਕਰੀਜ਼ ਹੋ ਰਿਹਾ। ਪਰ ਕਿਸੇ ਟਾਈਮ 'ਤੇ ਆ ਕੇ ਇੱਕ ਪਲੇਟਿਵ ਫਾਰਮ ਆ ਜਾਂਦੀ ਹੈ, ਮਤਲਬ ਕਿ ਇਹ ਤੋਂ ਬਾਅਦ ਜਿੰਨਾ ਮਰਜ਼ੀ ਸਬਸਟ੍ਰੇਟ ਪ੍ਰੈਜ਼ੈਂਟ ਹੋਵੇ, ਕਿਉਂਕਿ ਐਂਜ਼ਾਈਮ ਵੀ ਹੈ ਜਿਹੜਾ ਉਹ ਉਨਾ ਕੀ ਹੋਊਗਾ, ਜਿਵੇਂ ਜਿਵੇਂ ਪਲੇਟਿਵ ਫਾਰਮ ਆ ਜਾਊਗੀ ਫਿਰ ਇੱਕ ਸਟੇਬਲ ਫਾਰਮ ਦੇ ਵਿੱਚ ਜਿਹੜਾ ਗ੍ਰਾਫ ਆ ਉਹ ਵਰਕ ਕਰਨ ਲੱਗ ਜਾਊਗਾ। ਨੈਕਸਟ ਆ ਗਿਆ ਪੀਐਚ। ਪੀਐਚ ਇਨਫਲੂਐਂਸਿਸ ਦ ਵੈਲੋਸਿਟੀ ਆਫ ਐਂਜ਼ਾਈਮੈਟਿਕ ਰਿਐਕਸ਼ਨ। ਜਿਹੜੀ ਪੀਐਚ ਆ, ਜਿੰਨੀ ਜ਼ਿਆਦਾ ਜਿਹੜਾ ਹਰੇਕ ਐਂਜ਼ਾਈਮ ਆ ਉਹਦੀ ਐਕਟੀਵਿਟੀ ਲਈ, ਆਪਟੀਮਮ ਐਕਟੀਵਿਟੀ ਲਈ ਉਹਦੇ ਲਈ ਇੱਕ ਪ੍ਰੋਪਰ ਪੀਐਚ ਚਾਹੀਦੀ ਹੈ ਕਿ ਉਹ ਕਿਹੜੀ ਪੀਐਚ 'ਤੇ ਵਰਕ ਕਰੂਗਾ, ਕਿ ਉਹ ਐਸਿਡਿਕ ਹੋਊਗੀ, ਬੇਸਿਕ ਹੋਊਗੀ ਜਾਂ ਨਿਊਟਰਲ ਪੀਐਚ ਹੋਊਗੀ, ਉਹ ਡਿਪੈਂਡ ਕਰਦਾ ਨੇਚਰ ਆਫ ਐਂਜ਼ਾਈਮ ਦੇ ਉੱਤੇ। ਨੈਕਸਟ ਕੀ ਹੈ ਟੈਂਪਰੇਚਰ। ਐਜ਼ ਵੀ ਆਲਰੇਡੀ ਸੈਟ ਕਿ ਜਿਹੜੇ ਐਂਜ਼ਾਈਮਸ ਨੇ ਉਹ ਕੀ ਹੈ ਥਰਮੋਲੇਵਾਈਲ ਨੇ। ਸੋ ਕੀ ਹੈ ਜਿਵੇਂ ਜਿਵੇਂ ਵੈਲੋਸਿਟੀ ਹੈ ਜਿਹੜੀ ਐਂਜ਼ਾਈਮ ਰਿਐਕਸ਼ਨ ਦੀ ਵਧੀ ਜਾਊਗੀ ਉਵੇਂ ਉਵੇਂ ਕੀ ਹੈ ਟੈਂਪਰੇਚਰ ਹੈ ਜਿਹੜਾ ਵਧੀ ਜਾਊਗਾ। ਇੱਕ ਲਿਮਟਿਡ ਰੇਂਜ ਤੋਂ ਬਾਅਦ ਕੀ ਹੈ ਜਿਹੜੀ ਐਂਜ਼ਾਈਮ ਕੈਟਾਲਾਈਜ਼ਡ ਜਿਹੜੀਆਂ ਰਿਐਕਸ਼ਨ ਨੇ ਉਹ ਕੀ ਪਹਿਲਾਂ ਕੀ ਜਿਵੇਂ ਜਿਵੇਂ ਐਂਜ਼ਾਈਮ ਵੱਧ ਉਵੇਂ ਉਵੇਂ ਟੈਂਪਰੇਚਰ ਵੱਧਦਾ, ਫਿਰ ਕਿ ਜਿਵੇਂ ਜਿਵੇਂ ਟੈਂਪਰੇਚਰ ਵੱਧਦਾ ਉਵੇਂ ਉਵੇਂ ਐਂਜ਼ਾਈਮ ਦੀ ਜਿਹੜੀ ਵੈਲੋਸਿਟੀ ਹੈ ਉਹ ਇਨਕਰੀਜ਼ ਹੁੰਦੀ ਹੈ। ਨੈਕਸਟ ਹੈਗਾ ਟਾਈਮ। ਕਹਿੰਦੇ ਜਦੋਂ ਆਪਟੀਮਮ ਪੀਐਚ ਆ ਅਤੇ ਆਪਟੀਮਮ ਟੈਂਪਰੇਚਰ ਆ ਤਾਂ ਕਿ ਜਿਹੜਾ ਟਾਈਮ ਰਿਕੁਆਇਰਡ ਫਾਰ ਐਂਜ਼ਾਈਮੈਟਿਕ ਰਿਐਕਸ਼ਨ ਇਜ਼ ਲੈਸ। ਜਦੋਂ ਕਿ ਆਪਣੇ ਕੋਲ ਪ੍ਰੋਪਰ ਕੰਡੀਸ਼ਨਸ ਦਿੱਤੀਆਂ, ਆਪਟੀਮਮ ਕੰਡੀਸ਼ਨਸ ਦਿੱਤੀਆਂ, ਤਾਂ ਕੀ ਹੋਊਗਾ ਜਿਹੜਾ ਐਂਜ਼ਾਈਮੈਟਿਕ ਰਿਐਕਸ਼ਨ ਹੈ ਜਿਹੜੀ ਉਹ ਘੱਟ ਟਾਈਮ ਦੇ ਵਿੱਚ ਹੋ ਜੂਗੀ। ਟਾਈਮ ਕੀ ਹੈ ਜਿਹੜਾ ਉਹਨੂੰ ਵਧਾ ਘਟਾ ਆਪਾਂ ਕਿਵੇਂ ਸਕਦੇ ਹਾਂ, ਪੀਐਚ ਨੂੰ ਜਾਂ ਟੈਂਪਰੇਚਰ ਨੂੰ ਚੇਂਜ ਕਰਕੇ, ਰਾਈਟ। ਨੈਕਸਟ ਆ ਗਿਆ ਪ੍ਰੋਡਕਟਸ ਆਫ ਅ ਰਿਐਕਸ਼ਨ। ਜਿਹੜੀ ਰਿਐਕਸ਼ਨ ਪ੍ਰੋਡਕਟਸ ਇਨ ਅ ਰਿਐਕਸ਼ਨ ਸਿਸਟਮ ਆਲਟਰ ਦਾ ਰੇਟ ਆਫ ਐਂਜ਼ਾਈਮ ਐਕਸ਼ਨਸ। ਕਹਿੰਦੇ ਜਿਹੜੇ ਰਿਐਕਸ਼ਨ ਪ੍ਰੋਡਕਟਸ ਨੇ ਕਿ ਕੀ ਪ੍ਰੋਡਕਟ ਨਿਕਲਣਾ ਉਸ ਦੇ ਬੇਸਿਸ 'ਤੇ ਕਿ ਜਿਹੜੀ ਐਂਜ਼ਾਈਮ ਦੀ ਐਕਟੀਵਿਟੀ ਆ ਉਹ ਵੀ ਅਫੈਕਟਡ ਹੁੰਦੀ ਆ। ਜਿਹੜੇ ਕਹਿੰਦੇ ਲੂਜ਼ ਕੰਪਲੈਕਸ ਬਣਾਉਂਦੇ ਨੇ ਐਂਜ਼ਾਈਮ ਦੇ ਨਾਲ ਉਹ ਕੀ ਆ ਐਕਟਿਵ ਸੈਂਟਰ ਲੈਸ, ਉਹਨਾਂ ਦੇ ਕੀ ਵਿੱਚ ਮੇਕਸ ਐਕਟਿਵ ਸੈਂਟਰ ਲੈਸ ਅਵੇਲੇਬਲ। ਸਮਟਾਈਮਸ ਜਿਹੜੇ ਰਿਵਰਸ ਰਿਐਕਸ਼ਨ ਆ ਉਹ ਵੀ ਹੋ ਜਾਂਦੀ ਆ। ਨੈਕਸਟ ਹੈਗੇ ਰੇਡੀਏਸ਼ਨਸ ਕਿ ਯੂਵੀ ਰੇਜ਼ ਨੇ, ਐਕਸ ਰੇਜ਼ ਨੇ, ਬੀਟਾ ਰੇਜ਼ ਨੇ, ਗਾਮਾ ਰੇਜ਼ ਨੇ, ਉਹ ਵੀ ਕੀ ਆ ਜਿਹੜੀ ਐਂਜ਼ਾਈਮ ਦੀ ਐਕਟੀਵਿਟੀ ਨੂੰ ਅਫੈਕਟ ਬਣਾਉਂਦੀਆਂ ਨੇ। ਨੈਕਸਟ ਆ ਗਏ ਐਕਟੀਵੇਟਰ ਅਤੇ ਇਨਹਿਬਿਟਰ। ਜਿਹੜੇ ਇਨਆਰਗੈਨਿਕ ਮਟੀਰੀਅਲ ਜਿਵੇਂ ਕਾਪਰ ਹੋ ਗਿਆ, ਮੈਗਨੀਜ਼ ਹੋ ਗਿਆ, ਮੈਗਨੀਸ਼ੀਅਮ ਹੋ ਗਿਆ ਅਤੇ ਆਰਗੈਨਿਕ ਸਬਸਟੈਂਸ ਜੋ ਗਲੂਟਾਥਾਇਓਨ, ਅਮਾਈਨੋ ਐਸਿਡਸ ਹੁੰਦੇ ਨੇ, ਬੇਸਿਕਲੀ ਸਟੀਨ ਐਕਟਿਵ ਕਰਦੇ ਨੇ ਸਪੇਸ ਟਾਈਪ ਦੇ ਐਂਜ਼ਾਈਮਸ ਨੂੰ। ਮੈਟਲ ਹੋ ਗਏ ਜਿਵੇਂ PVAG, ਇਹਦੇ ਕੀ ਕੀਤੇ ਜਿਹੜੇ ਅਦਰ ਸਬਸਟੈਂਸ ਫਲੋਰਾਈਡ, EDTA ਮਤਲਬ ਕੈਮੀਕਲ ਸਬਸਟੈਂਸਿਸ ਨੇ ਉਹ ਕੀ ਇਨਹਿਬਿਟ ਕਰਦੇ ਨੇ ਐਕਸ਼ਨ ਆਫ ਐਂਜ਼ਾਈਮਸ। ਜਿਹੜੀ ਇਨਹਿਬਿਸ਼ਨ ਆ ਉਹ ਤਿੰਨ ਟਾਈਪ ਦੀ ਹੁੰਦੀ ਆ, ਕੰਪੀਟੀਟਿਵ, ਨਾਨ ਕੰਪੀਟੀਟਿਵ ਅਤੇ ਐਲੋਸਟੇਰਿਕ। ਸਭ ਤੋਂ ਪਹਿਲਾਂ ਕੰਪੀਟੀਟਿਵ ਕੀ ਹੁੰਦੀ ਆ, ਸਪੋਜ਼ ਕਰੋ ਕਿ ਜਿਹੜੀ ਐਂਜ਼ਾਈਮ ਨੇ ਜਿਹੜੀ ਜਗ੍ਹਾ 'ਤੇ ਜਾ ਕੇ ਲੱਗਣਾ ਐਂਜ਼ਾਈਮ ਆ, ਠੀਕ ਆ, ਉਹਦੇ ਉੱਤੇ ਕੀ ਆ ਇਨਐਕਟਿਵ ਫਾਰਮ, ਐਂਜ਼ਾਈਮ ਅਤੇ ਸਬਸਟ੍ਰੇਟ ਆ ਐਕਟਿਵ ਫਾਰਮ ਦੇ ਵਿੱਚ ਹੋਣਗੇ। ਇਹਦੇ 'ਚ ਵੀ ਕੀ ਆ ਐਟ ਸਬਸਟ੍ਰੇਟ ਬਾਈਂਡਿੰਗ ਸਾਈਟ, ਜਿਹੜਾ ਜਿੱਥੇ ਆ ਕਿ ਸਬਸਟ੍ਰੇਟ ਨੇ ਲੱਗਣਾ ਉਹਦੀ ਜਗ੍ਹਾ ਕੀ ਆ ਐਨਾਲੌਗ ਇਨਹਿਬਿਟਰ ਲੱਗ ਜੂ। ਮਤਲਬ ਸਬਸਟ੍ਰੇਟ ਦੀ ਫਾਰਮ ਦੇ ਵਿੱਚ ਆ ਐਂਜ਼ਾਈਮ ਆ, ਇਹਦੇ 'ਚ ਕੀ ਆ ਕਿ ਆਪਣਾ ਜਿਹੜਾ ਆ ਵਾਲਾ ਕੀ ਆ ਸੇਮ ਫਾਰਮ ਦੇ ਵਿੱਚ ਸਬਸਟ੍ਰੇਟ ਆ, ਠੀਕ ਆ। ਦੂਸਰਾ ਕੀ ਆ ਸੇਮ ਫਾਰਮ ਦੇ ਵਿੱਚ ਹੀ ਐਨਾਲੌਗ ਆ, ਜਿਹਨੂੰ ਆਪਾਂ ਕੀ ਆ ਐਂਟਾਗਨਿਸਟ ਵੀ ਕਹਿ ਸਕਦੇ ਹਾਂ। ਫੋਰ ਐਗਜ਼ਾਮਪਲ ਕੰਪੀਟੀਟਿਵ ਐਂਟਾਗਨਿਜ਼ਮ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਇਹਨਾਂ ਦੋਨਾਂ ਨੇ ਕੀ ਆ ਕੰਪੀਟੀਸ਼ਨ ਕਰਨਾ ਆਹ ਸਾਈਡ 'ਤੇ ਬਾਈਂਡ ਹੋਣ ਲਈ, ਇਹ ਹੈਗੀ ਕੰਪੀਟੀਟਿਵ ਇਨਹਿਬਿਸ਼ਨ। ਵੇਅਰ ਐਜ਼ ਜਿਹੜੀ ਨਾਨ ਕੰਪੀਟੀਟਿਵ ਇਨਹਿਬਿਸ਼ਨ ਉਹ ਕੀ ਹੁੰਦੀ ਆ, ਜਿਵੇਂ ਸਪੋਜ਼ ਕਰੋ ਆ ਕੀ ਆ ਐਂਜ਼ਾਈਮ ਦੇ ਉੱਤੇ ਜਿਹੜੀ ਲੱਗਣ ਵਾਲੀ ਜਗ੍ਹਾ ਆ ਉਹ ਇੱਦਾਂ ਆ, ਠੀਕ ਆ। ਇਹਦੇ 'ਚ ਕੀ ਆ ਜਿਹੜਾ ਆਪਣਾ ਕਹਿ ਸਕਦੇ ਸਬਸਟ੍ਰੇਟ ਆ ਉਹ ਹੈਗਾ ਆ ਵਾਲਾ ਅਤੇ ਜਿਹੜਾ ਆਪਣਾ ਐਨਾਲੌਗ ਆ ਉਹ ਹੈਗਾ ਆ ਵਾਲਾ। ਉਹਨੇ ਕੀ ਆ ਇੱਥੇ ਜਾ ਕੇ ਲੱਗ ਜਾਣਾ, ਸਬਸਟ੍ਰੇਟ ਨੇ ਇੱਥੇ ਜਾ ਕੇ ਬੈਠਣਾ, ਬਟ ਇਹਨੇ ਇੱਥੋਂ ਹੀ ਜਿਹੜਾ ਸਬਸਟ੍ਰੇਟ ਅਤੇ ਐਂਜ਼ਾਈਮ ਸਬਸਟ੍ਰੇਟ ਕੰਪਲੈਕਸ ਆ ਉਹਦੀ ਜਿਹੜੀ ਵਰਕਿੰਗ ਆ ਉਹਨੂੰ ਸਟੋਪ ਕਰ ਦੇਣਾ। ਨੈਕਸਟ ਆ ਗਿਆ ਐਲੋਸਟੇਰਿਕ।
ਔਰ ਫੀਡਬੈਕ ਇਨਹਿਬਿਸ਼ਨ ਇਹਦੇ 'ਚ ਕੀ ਜਿਹੜਾ ਕੈਟਾਲਿਟਿਕ ਐਕਟੀਵਿਟੀ ਹੈ ਕਈ ਰੈਗੂਲੇਟਰੀ ਇੰਜ਼ਾਈਮਸ ਦੇ ਉਹ ਕਿਹਦੇ ਦੁਆਰਾ ਮੋਡੂਲੇਟ ਕੀਤੇ ਜਾਂਦੇ ਲੋ ਮੋਲੀਕੂਲਰ ਵੇਟ ਐਲੋਸਟੇਟਿਕ ਇਫੈਕਟਰਸ ਦੈਟ ਜਨਰਲੀ ਹੈਵ ਨੋ ਸਟਰਕਚਰ ਸਿਮਿਲੈਰਿਟੀ ਟੂ ਸਬਸਟ੍ਰੇਟ ਔਰ ਕੋਐਂਜ਼ਾਈਮ। ਇਹਦੇ 'ਚ ਨਾ ਤਾਂ ਉਹਦੀ ਸਿਮਿਲੈਰਿਟੀ ਸਬਸਟ੍ਰੇਟ ਨਾਲ ਹੁੰਦੀ ਹੈ ਨਾ ਕੋਐਂਜ਼ਾਈਮ ਨਾਲ ਹੁੰਦੀ ਹੈ, ਬਟ ਉਹ ਫਿਰ ਵੀ ਕੰਮ ਆ ਜਿਹੜਾ ਉਹ ਰੋਕ ਦਿੰਦਾ। ਸੋ ਦੀਜ਼ ਆਰ ਆਲ ਫੈਕਟਰਸ। ਕਿਹੜੇ ਕਿਹੜੇ ਫੈਕਟਰਸ ਨੇ? ਟੈਂਪਰੇਚਰ ਹੋ ਗਿਆ, pH ਹੋ ਗਈ, ਜਿਹੜੀ ਕੰਸਨਟ੍ਰੇਸ਼ਨ ਆਫ ਸਬਸਟ੍ਰੇਟ ਹੋ ਗਈ, ਕੰਸਨਟ੍ਰੇਸ਼ਨ ਆਫ ਇੰਜ਼ਾइम होगी, टाइम हो गया, इनहिबिशन और एक्टिवेशन होगी, इनहिबिटर्स और एक्टिवेटर्स हो गए या ਜਿਹੜੀਆਂ रेज प्रेजेंट। सो दिस इज़ ऑल अबाउट एंजाइम्स।